Morning, students. Now we come to the third passage of the chapter Secret of Happiness. So ਇਹਦੇ ਵਿੱਚ ਹੈਡਿੰਗ ਦਿੱਤੀ ਹੋਈ ਹੈ the escape from fear. escape ਹੁੰਦਾ ਬਚਾਵ ਜਾਂ ਬਚਣਾ, fear ਹੁੰਦਾ ਡਰ ਤੋਂ ਬਚਾਵ ਜਾਂ ਬਚਣਾ. A British publishing house issued some years ago a volume of sermons under the title If I Could Preach Only Once. ਇੱਕ ਬ੍ਰਿਟਿਸ਼ ਪਬਲਿਸ਼ਿੰਗ ਹਾਊਸ ਹੈ. ਪਬਲਿਸ਼ਿੰਗ ਹਾਊਸ ਕੀ ਹੁੰਦਾ? ਜਿਹੜਾ ਕਿਤਾਬਾਂ ਨੂੰ ਪਬਲਿਸ਼ ਕਰਦਾ ਹੈ. ਕੁਝ ਸਾਲ ਪਹਿਲੇ ਦੀ ਗੱਲ ਹੈ. ਇੱਕ ਵੋਲੀਅਮ ਸੀਗਾ. ਵੋਲੀਅਮ ਹੁੰਦਾ ਪੂਰੀ ਬੁੱਕ ਨੂੰ ਆਪਾਂ ਵੋਲੀਅਮ ਕਹਿੰਦੇ ਹਾਂ. ਸਰਮਨਸ ਹੁੰਦੀਆਂ ਨੇ ਜਿਹੜੀਆਂ ਪ੍ਰੀਚਿੰਗਸ, ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ. ਟਾਈਟਲ ਸੀਗਾ ਉਸ ਵੋਲੀਅਮ ਦਾ ਇਫ ਆਈ ਕੁਡ ਪ੍ਰੀਚ ਓਨਲੀ ਵੰਸ, ਕਿ ਕਾਸ਼ ਮੈਂ ਇੱਕ ਵਾਰੀ ਹੋਰ ਪ੍ਰੀਚ ਕਰ ਪਾਉਂਦਾ, ਸਿੱਖਿਆ ਦੇ ਪਾਉਂਦਾ. ਹੁਣ ਇਹ ਜਿਹੜੇ ਵੋਲੀਅਮ ਸੀਗਾ ਸਰਮਨਸ ਦਾ, ਪ੍ਰੀਚਿੰਗਸ ਦਾ, ਵਨ ਆਫ ਦੀਜ਼ ਸਰਮਨਸ ਵਾਜ਼ ਬਾਈ ਗਿਲਬਰਟ ਚੈਸਟਰਟਨ. ਇਹਨਾਂ ਵਿੱਚੋਂ ਇੱਕ ਸਰਮਨ ਸੀਗਾ. ਗਿਲਬਰਟ ਚੈਸਟਰਟਨ ਇੱਕ ਇਨਸਾਨ ਦਾ ਨਾਮ ਹੈ. ਇਹਦਾ ਸੀ ਇਫ ਆਈ ਹੈਡ ਓਨਲੀ ਵਨ ਸਰਮਨ ਟੂ ਪ੍ਰੀਚ. ਸੋ ਕਹਿੰਦਾ ਵੀ ਜੇ ਮੈਂ ਸਿਰਫ ਇੱਕ ਹੀ ਸਰਮਨ ਪ੍ਰੀਚ ਕਰਨਾ ਹੋਵੇ, ਇੱਕੋ ਹੀ ਮੈਂ ਸਿੱਖਿਆ ਕੋਈ ਦੇਣੀ ਹੋਵੇ. ਚੈਸਟਰਟਨ ਡਿਕਲੇਅਰਡ, ਚੈਸਟਰਟਨ ਨੇ ਘੋਸ਼ਣਾ ਕੀਤੀ, ਇਟ ਵੁੱਡ ਬੀ ਸਰਮਨ ਅਗੇਂਸਟ ਫੀਅਰ. ਕਹਿੰਦਾ ਮੈਂ ਡਰ ਦੇ ਖਿਲਾਫ ਇਹ ਸਰਮਨ ਦੇਣਾ ਚਾਹੂੰਗਾ, ਇਹ ਸਿੱਖਿਆ ਦੇਣੀ ਚਾਹੂੰਗਾ. ਵਾਈ ਸ਼ੁੱਡ ਦਿਸ ਐਮੀਨੈਂਟ ਮੈਨ ਆਫ ਲੈਟਰਸ ਸਿੰਗਲ ਆਊਟ ਸੋ ਆਰਡੀਨਰੀ ਐਂਡ ਐਡਵਰਸਰੀ. ਸਿੰਗਲ ਆਊਟ ਮਤਲਬ ਵੱਖਰਾ ਕਰਕੇ ਦੱਸਣਾ, ਬਾਹਰ ਨਿਕਾਲਣਾ. ਆਰਡੀਨਰੀ ਆਮ, ਐਡਵਰਸਰੀ ਦੁਸ਼ਮਣ. ਐਮੀਨੈਂਟ ਹੁੰਦਾ ਖਾਸ, ਬੜਾ ਮੰਨਿਆ ਪਰਮੰਨਿਆ, ਬੜਾ ਮਸ਼ਹੂਰ. ਮੈਨ ਆਫ ਲੈਟਰਸ ਸਕੋਲਰ ਬੰਦੇ ਨੂੰ ਆਪਾਂ ਕਹਿੰਦੇ ਹਾਂ, ਬਹੁਤ ਪੜ੍ਹਿਆ ਲਿਖਿਆ. ਕਹਿੰਦਾ ਇੰਨਾ ਹੀ ਮਹਾਨ ਪੜ੍ਹਿਆ ਲਿਖਿਆ ਬੰਦਾ ਇੱਕ ਆਮ ਜਿਹਾ ਜਿਹੜਾ ਸਾਡਾ ਦੁਸ਼ਮਣ ਹੈ, ਜਿਵੇਂ ਡਰ, ਵੀ ਆਮ ਲੋਕ ਆਪਾਂ ਕਿਸੇ ਨਾ ਕਿਸੇ ਗੱਲ ਤੋਂ ਡਰਦੇ ਹਾਂ, ਕਿ ਉਹ ਸਿਰਫ ਡਰ ਦੇ ਬਾਰੇ ਹੀ ਗੱਲ ਕਰਨਾ ਚਾਹੇਗਾ. ਫਸਟ ਆਫ ਆਲ ਬਿਕਾਜ਼ ਫੀਅਰ ਇਜ਼ ਵਨ ਆਫ ਮੈਨਸ ਮੋਸਟ ਕਾਮਨ ਐਨੀਮੀਜ਼. ਪਹਿਲੀ ਗੱਲ ਤਾਂ ਇਹ ਹੈ, ਉਹ ਤਾਂ ਕਰਕੇ ਕਹਿੰਦਾ ਹੈ ਕਿਉਂਕਿ ਆਦਮੀ ਦੇ ਜਿਹੜੇ ਆਮ ਹੀ ਦੁਸ਼ਮਣ ਨੇ, ਉਹਨਾਂ 'ਚੋਂ ਸਭ ਤੋਂ ਕਾਮਨ ਦੁਸ਼ਮਣ ਤਾਂ ਡਰ ਹੈ, ਫੀਅਰ ਹੈ. ਇਟ ਟਚਿਜ਼ ਐਵਰੀ ਵਨ ਆਫ ਅਸ ਇਨ ਸਮ ਵੇ. ਕਿਸੇ ਨਾ ਕਿਸੇ ਤਰ੍ਹਾਂ ਇਹ ਸਾਨੂੰ ਸਾਰਿਆਂ ਨੂੰ ਸਤਾਉਂਦਾ ਹੈ. ਮੈਨੀ ਪੀਪਲ ਫੋਰ ਐਗਜ਼ਾਮਪਲ ਹੈ ਫਾਈਨੈਂਸ਼ੀਅਲ ਫੀਅਰਸ. ਉਦਾਹਰਣ ਦੇ ਤੌਰ 'ਤੇ ਬਹੁਤ ਸਾਰੇ ਲੋਕਾਂ ਨੂੰ ਫਾਈਨੈਂਸ਼ੀਅਲ ਫੀਅਰਸ ਹੁੰਦੇ ਨੇ, ਵਿੱਤ ਦੇ ਜਾਂ ਪੈਸੇ ਸੰਬੰਧੀ ਡਰ ਲੱਗਾ ਰਹਿੰਦਾ ਹੈ. ਵੀ ਹੈਵ ਫੀਅਰਸ ਆਫ ਇਲ ਹੈਲਥ, anticipating the direful consequences of being overtaken by some bodily affliction. ਸਾਨੂੰ ਆਪਣੇ ਬਿਮਾਰ ਹੋ ਜਾਣ ਦਾ ਡਰ ਹੁੰਦਾ ਹੈ. ਐਂਟੀਸਪੇਟ ਹੁੰਦਾ ਪਹਿਲਾਂ ਤੋਂ ਹੀ ਕਿਸੇ ਗੱਲ ਨੂੰ ਸੋਚ ਲੈਣਾ. ਡਾਇਰਫੁਲ ਖਤਰਨਾਕ, ਕੌਨਸੀਕੁਐਂਸਿਸ ਨਤੀਜੇ, ਓਵਰਟੇਕਨ ਕਬਜ਼ਾ ਕਰਨਾ, ਬੋਡੀਲੀ ਸਰੀਰਕ ਅਫਲਿਕਸ਼ਨ ਬਿਮਾਰੀ. ਸੋ ਸਾਨੂੰ ਕੀ ਡਰ ਲੱਗਾ ਰਹਿੰਦਾ, ਅਸੀਂ ਪਹਿਲਾਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਡੇ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਏਗੀ, ਉਹਦੇ ਬੜੇ ਭਿਆਨਕ ਨਤੀਜੇ ਨਿਕਲਣਗੇ. ਬਸ ਇਹ ਸੋਚ ਕੇ ਅਸੀਂ ਡਰਦੇ ਰਹਿੰਦੇ ਹਾਂ. ਵੀ ਅਲਾਊ ਆਵਰ ਸੈਲਵਸ ਟੂ ਬੀ ਮੇਡ ਮਿਜ਼ਰੇਬਲ ਬਾਈ ਫੀਅਰ ਆਫ ਵਾਟ ਦ ਫਿਊਚਰ ਹੋਲਡਸ ਔਰ ਫੀਅਰਸ ਆਫ ਦ ਕੌਨਸੀਕੁਐਂਸਿਸ ਆਫ ਪਾਸਟ ਐਕਟਸ ਐਂਡ ਡਿਸੀਜਨਸ. ਹੁਣ ਹੋਰ ਸਾਨੂੰ ਕੀ ਡਰ ਹੁੰਦੇ ਨੇ, ਅਸੀਂ ਆਪਣੇ ਆਪ ਨੂੰ ਇਜਾਜ਼ਤ ਦੇ ਦਿੰਦੇ ਹਾਂ ਡਰਨ ਵਾਸਤੇ, ਵੀ ਡਰੋ, ਆਪਣੇ ਆਪ ਨੂੰ ਦੁਖੀ ਕਰੀ ਜਾਂਦੇ ਹਾਂ ਡਰ ਕੇ ਕਿ ਵੀ ਸਾਡੇ ਫਿਊਚਰ 'ਚ ਕੀ ਹੋਣ ਵਾਲਾ ਹੈ, ਭਵਿੱਖ 'ਚ ਕੀ ਹੋਣ ਵਾਲਾ ਹੈ, ਜਾਂ ਅਸੀਂ ਜੋ ਪਾਸਟ ਵਿੱਚ ਬੀਤੇ ਹੋਏ ਸਮੇਂ ਵਿੱਚ ਜੋ ਅਸੀਂ ਕੰਮ ਕੀਤੇ ਸੀ, ਜੋ ਅਸੀਂ ਡਿਸੀਜ਼ਨ ਫੈਸਲੇ ਲਏ ਸੀ, ਉਹਨਾਂ ਦਾ ਹੁਣ ਨਤੀਜਾ ਕੀ ਨਿਕਲੇਗਾ, ਇਹਨੂੰ ਸੋਚ ਕੇ ਅਸੀਂ ਡਰੀ ਜਾਂਦੇ ਹਾਂ. ਫੀਅਰਸ ਆਫ ਵਨ ਕਾਈਂਡ ਐਂਡ ਅਨਦਰ ਹੌਂਟ ਅਸ. ਹੌਂਟ ਮਤਲਬ ਬਾਰ-ਬਾਰ ਪਰੇਸ਼ਾਨ ਕਰਨਾ. ਕੋਈ ਚੀਜ਼ ਬਾਰ-ਬਾਰ ਸਾਡੇ ਦਿਮਾਗ 'ਚ ਆਉਂਦੀ ਹੈ, ਉਹਨੂੰ ਆਪਾਂ ਕਹਿੰਦੇ ਹਾਂ ਹੌਂਟ ਕਰਨਾ. ਤੋ ਇੱਕ ਕਿਸਮ ਦੇ, ਕਦੀ ਦੂਜੀ ਕਿਸਮ ਦੇ ਡਰ ਬਾਰ-ਬਾਰ ਸਾਡੇ ਦਿਮਾਗ 'ਚ ਆਉਂਦੇ ਨੇ. ਐਂਡ ਕਾਸਟ ਅ ਸ਼ੈਡੋ ਓਵਰ ਆਵਰ ਹੈਪੀਨੈਸ. ਅਤੇ ਇਸ ਤਰ੍ਹਾਂ ਸਾਡੀ ਖੁਸ਼ੀਆਂ ਦੇ ਉੱਪਰ ਇੱਕ ਪਰਛਾਵਾਂ ਜਿਹਾ ਪੈ ਜਾਂਦਾ ਹੈ, ਮਤਲਬ ਸਾਡੀ ਖੁਸ਼ੀਆਂ ਹੀ ਖਤਮ ਹੋ ਜਾਂਦੀਆਂ ਨੇ ਡਰ ਕੇ. ਨੋ ਪਰਸਨ ਇਜ਼ ਐਟ ਹਿਜ਼ ਬੈਸਟ ਔਰ ਇਨ ਫੁੱਲ ਕੰਟਰੋਲ ਆਫ ਹਿਜ਼ ਪਾਵਰਸ ਇਫ ਹੀ ਇਜ਼ ਦ ਵਿਕਟਿਮ ਆਫ ਫੀਅਰ. ਕੋਈ ਵੀ ਇਨਸਾਨ ਆਪਣਾ ਵਧੀਆ ਨਹੀਂ ਦਿਖਾ ਸਕਦਾ ਜਾਂ ਆਪਣੀ ਪਾਵਰਸ 'ਤੇ ਪੂਰਾ ਕੰਟਰੋਲ ਨਹੀਂ ਕਰ ਸਕਦਾ ਜੇ ਉਹ ਡਰ ਦਾ ਸ਼ਿਕਾਰ ਹੈ, ਵਿਕਟਿਮ, ਸ਼ਿਕਾਰ. In many ways, fear lays its paralyzing hand upon an individual and becomes a chief obstacle to the full development of personality
and to the achievement of success in life. बड़े ही तरीक़िਆਂ ਦੇ ਨਾਲ डर एक पैरालाइज ਦੀ ਤਰ੍ਹਾਂ ਸਾਨੂੰ ਕਰ ਲੈਂਦਾ, ਜਿਵੇਂ ਹਿਲਣਾ ਜੁਲਣਾ ਹੀ ਸਾਡਾ ਬੰਦ ਹੋ ਜਾਂਦਾ, ਸਾਡੇ ਐਕਸ਼ਨ ਹੀ ਸਾਡੇ ਖਰਾਬ ਹੋ ਜਾਂਦੇ ਨੇ। ਇੱਕ ਇੰਡੀਵਿਜੂਅਲ ਦੇ ਉੱਪਰ ਇਹ ਪੈਰਾਲਾਈਜ਼ ਕਰਨ ਵਾਲਾ ਕੰਮ ਕਰਦਾ ਹੈ ਜਿਹੜਾ ਡਰ ਹੁੰਦਾ ਹੈ। ਔਰ ਸਭ ਤੋਂ ਵੱਡੀ ਮੁਸ਼ਕਿਲ ਡਰ ਹੀ ਪੈਦਾ ਕਰਦਾ ਹੈ ਕਿ ਜਿਹੜਾ ਸਾਡੀ ਪਰਸਨੈਲਿਟੀ ਨੂੰ ਡਿਵੈਲਪ ਨਹੀਂ ਹੋਣ ਦਿੰਦਾ ਔਰ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਕਸੈਸ ਹਾਸਿਲ ਨਹੀਂ ਕਰਨ ਦਿੰਦਾ। ਇਹ ਕਿਸੇ ਨਾ ਕਿਸੇ ਕਿਸਮ ਦਾ ਡਰ ਹੀ ਹੁੰਦਾ ਜਿਹੜਾ ਸਾਨੂੰ ਹਰ ਕਿਸਮ ਦੀ ਸਕਸੈਸ ਤੋਂ ਰੋਕ ਰਿਹਾ ਹੁੰਦਾ ਹੈ। The person who wishes to become adept in the art of living must learn to conquer and subdue his fears. Adept ਦਾ ਮਤਲਬ ਹੁੰਦਾ ਹੈ ਮਹਾਰਤ ਹਾਸਿਲ ਕਰਨਾ, art of living ਜ਼ਿੰਦਗੀ ਜੀਣ ਦੀ ਕਲਾ, conquer ਜਿੱਤ ਹਾਸਿਲ ਕਰਨਾ, subdue ਦਬਾਣਾ ਤੇ ਵਿਸ਼ਿਜ਼ ਇੱਛਾਵਾਂ। ਜਿਹੜਾ ਇਨਸਾਨ ਜ਼ਿੰਦਗੀ ਜੀਣ ਦੀ ਕਲਾ ਵਿੱਚ ਮਹਾਰਤ ਹਾਸਿਲ ਕਰਨ ਦੀ ਇੱਛਾ ਰੱਖਦਾ ਹੈ ਉਹਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਆਪਣੇ ਡਰ ਦੇ ਉੱਪਰ ਕਾਬੂ ਕਿਵੇਂ ਪਾਉਣਾ ਹੈ ਤੇ ਉਹਦੇ ਉੱਪਰ ਜਿੱਤ ਕਿਵੇਂ ਹਾਸਿਲ ਕਰਨੀ ਹੈ। ਦਿਸ ਇਜ਼ ਅ ਪ੍ਰੋਬਲਮ ਕਾਮਨ ਟੂ ਅਸ ਆਲ। ਇਹ ਸਾਡੇ ਸਾਰਿਆਂ ਦੀ ਕਾਮਨ ਹੀ ਪ੍ਰੋਬਲਮ ਹੈ, ਆਮ ਹੀ ਸਮੱਸਿਆ ਹੈ। ਐਂਡ ਆਈ ਵਾਂਟ ਟੂ ਸਟੇਟ ਐਟ ਦ ਆਊਟਸੈਟ ਦ ਐਨਕਰੇਜਿੰਗ ਫੈਕਟ that any and every individual can escape from fear. Outset ਹੁੰਦਾ ਸ਼ੁਰੂਆਤ, encouraging ਹੌਸਲਾ ਦੇਣ ਵਾਲਾ, ਫੈਕਟ ਸੱਚਾਈ। ਮੈਂ ਸ਼ੁਰੂਆਤ ਵਿੱਚ ਹੀ ਇਹ ਹੌਸਲਾ ਦੇਣ ਵਾਲੀ ਸੱਚਾਈ ਦੱਸ ਦੇਣਾ ਚਾਹੁੰਦਾ ਹਾਂ ਕਿ ਹਰ ਇੱਕ ਇਨਸਾਨ ਡਰ ਤੋਂ ਬਚ ਸਕਦਾ ਹੈ। Remember this, however, only you can conquer your fears. ਯਾਦ ਰੱਖੋ ਇੱਕ ਗੱਲ ਕਿ ਸਿਰਫ ਤੁਸੀਂ ਹੀ ਆਪਣੇ ਡਰ 'ਤੇ ਕਾਬੂ ਪਾ ਸਕਦੇ ਹੋ, ਤੁਸੀਂ ਖੁਦ। ਅਦਰਸ ਮੇ ਹੈਲਪ ਯੂ ਬਟ ਅਲਟੀਮੇਟਲੀ ਯੂ ਮਸਟ ਡੂ ਇਟ ਯੋਰਸੈਲਫ। ਅਲਟੀਮੇਟਲੀ ਅੰਤ ਵਿੱਚ ਦੂਸਰੇ ਤੁਹਾਡੀ ਮਦਦ ਕਰ ਸਕਦੇ ਹਨ, ਪਰ ਅੰਤ ਵਿੱਚ ਤੁਹਾਨੂੰ ਖੁਦ ਨੂੰ ਹੀ ਆਪਣੇ ਡਰ 'ਤੇ ਕਾਬੂ ਪਾਉਣਾ ਪਵੇਗਾ। The first step, and for that matter a large part of the campaign against one's fears, is to get a complete and thoroughgoing knowledge of them. ਪਹਿਲਾ ਕਦਮ ਇਸ ਮਸਲੇ ਦੇ ਵਿੱਚ ਕਿ ਜੋ ਆਪਾਂ ਮੁਹਿੰਮ ਜਾਰੀ ਕਰਨੀ ਹੈ ਆਪਣੇ ਡਰ 'ਤੇ ਕਾਬੂ ਪਾਉਣ ਦੀ, ਉਹ ਇਹ ਹੈ ਕਿ ਪਹਿਲਾਂ ਤਾਂ ਨੌਲੇਜ ਤਾਂ ਹਾਸਿਲ ਕਰੋ ਕਿ ਤੁਹਾਡਾ ਡਰ ਹੈ ਕਾਹਦੇ ਬਾਰੇ, ਤੁਹਾਨੂੰ ਕਿਹਦੇ ਤੋਂ ਡਰ ਲੱਗਦਾ ਹੈ, ਇਹਦੇ ਬਾਰੇ ਤਾਂ ਨੌਲੇਜ ਹਾਸਿਲ ਕਰੋ। ਬ੍ਰਿੰਗ them out into the light of day and watch them shrivel up. ਉਹਨੂੰ ਰੌਸ਼ਨੀ ਦੇ ਵਿੱਚ ਤਾਂ ਆਉਣ ਦਿਓ, ਕਿਉਂਕਿ ਡਰ ਤਾਂ ਆਪਣੇ ਮਨ ਦੇ ਅੰਦਰ ਛੁਪਾ ਕੇ ਰੱਖਦੇ ਹਾਂ, ਸਾਹਮਣੇ ਆਉਣ ਤੋਂ ਆਪਾਂ ਡਰਦੇ ਹਾਂ ਵੀ ਡਰ ਸਾਹਮਣੇ ਨਾ ਆ ਜਾਏ। ਕਹਿੰਦੇ ਪਹਿਲਾਂ ਉਹਨੂੰ ਰੌਸ਼ਨੀ 'ਚ ਲੈ ਕੇ ਆਓ, ਲਾਈਟ 'ਚ ਲੈ ਕੇ ਆਓ, ਉਹਨੂੰ ਦੇਖੋ, ਸਾਹਮਣੇ ਉਹਨੂੰ ਦੇਖੋ ਤੇ ਸਹੀ ਕਿ ਡਰ ਹੈ ਕਿਸ ਚੀਜ਼ ਦਾ ਤੁਹਾਨੂੰ। ਅ ਫੀਅਰ ਇਜ਼ ਨਾਟ ਅਨਲਾਈਕ ਅ ਗੋਸਟ। ਅਨਲਾਈਕ ਦੀ ਤਰ੍ਹਾਂ ਨਹੀਂ। ਕਹਿੰਦੇ ਕਿ ਫੀਅਰ ਗੋਸਟ ਤੋਂ ਵੱਖਰਾ ਨਹੀਂ ਆ। ਗੋਸਟ ਕੀ ਹੁੰਦਾ ਹੈ? ਜਿਵੇਂ ਭੂਤ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਭੂਤ ਤੋਂ ਕੋਈ ਵੱਖਰਾ ਤਾਂ ਨਹੀਂ ਹੁੰਦਾ। ਇਟ ਫਰਾਈਟਨਸ ਯੂ ਇਨ ਦ ਗਲੂਮ। ਗਲੂਮ ਹੁੰਦਾ ਦੁਖੀ। ਜਦੋਂ ਤੁਸੀਂ ਦੁਖੀ ਹੁੰਦੇ ਹੋ ਉਦੋਂ ਹੀ ਤੁਹਾਨੂੰ ਡਰਾਉਂਦਾ ਹੈ। ਬਟ ਦੇਅਰ ਇਜ਼ਨਟ ਮਚ ਟੂ ਇਟ ਵੈਨ ਯੂ ਗੈਟ ਇਟ ਇਨ ਟੂ ਦ ਲਾਈਟ। ਲੇਕਿਨ ਜਦੋਂ ਤੁਸੀਂ ਰੌਸ਼ਨੀ 'ਚ ਆ ਜਾਂਦੇ ਹੋ ਤਾਂ ਫਿਰ ਤੁਹਾਨੂੰ ਇਹ ਕੁਝ ਵੀ ਪਰੇਸ਼ਾਨ ਨਹੀਂ ਕਰਦਾ। ਸੋ ਆਪਾਂ ਭੂਤ ਤੋਂ ਇਸ ਤਰ੍ਹਾਂ ਡਰਦੇ ਨੇ ਕੁਝ ਲੋਕ ਕਿ ਹਨੇਰੇ ਤੋਂ ਡਰ ਲੱਗਦਾ ਹੈ ਕਿ ਵੀ ਇੱਥੇ ਭੂਤ ਹੋਏਗਾ, ਅਤੇ ਲਾਈਟ ਆਪਾਂ ਜਗਾ ਦਿੰਦੇ ਹਾਂ ਜਾਂ ਲਾਈਟ 'ਚ ਆ ਜਾਂਦੇ ਹਾਂ ਤਾਂ ਡਰ ਖਤਮ ਹੋ ਜਾਂਦਾ ਹੈ। ਕਹਿੰਦੇ ਡਰ ਇਸੇ ਤਰ੍ਹਾਂ ਦਾ ਹੁੰਦਾ ਹੈ, ਭੂਤ ਦੀ ਤਰ੍ਹਾਂ ਹੀ ਹੁੰਦਾ ਹੈ। ਮੋਸਟ ਆਫ ਦ ਥਿੰਗਸ ਵਨ ਫੀਅਰਸ ਨੈਵਰ ਹੈਪਨ। ਬਹੁਤੀਆਂ ਗੱਲਾਂ ਜਿੱਤੋਂ ਆਪਾਂ ਡਰਦੇ ਹਾਂ ਉਹ ਅਸਲ 'ਚ ਹੁੰਦੀਆਂ ਹੀ ਨਹੀਂ, ਉਹ ਘਟਿਤ ਹੀ ਨਹੀਂ ਹੁੰਦੀਆਂ। ਐਟ ਲੀਸਟ ਦੇ ਡੂ ਨਾਟ ਅਮਾਊਂਟ ਟੂ ਐਨੀਥਿੰਗ। ਲਗਭਗ ਉਹਨਾਂ ਦਾ ਕੋਈ ਇੰਪੋਰਟੈਂਸ ਹੁੰਦੀ ਹੀ ਨਹੀਂ ਜਿਨ੍ਹਾਂ ਤੋਂ ਆਪਾਂ ਡਰਦੇ ਰਹਿੰਦੇ ਹਾਂ। ਐਜ਼ ਵਨ frog in a pond may sound like 100 when one is trying to sleep. ਮੰਨ ਲਓ ਕੋਈ ਸੌਣ ਦੀ ਕੋਸ਼ਿਸ਼ ਕਰ ਰਿਹਾ ਹੈ, ਇੱਕ ਪੌਂਡ ਦੇ ਵਿੱਚ ਫਰੋਗ ਬੋਲ ਰਿਹਾ ਹੈ, ਆਪਣੀ ਆਵਾਜ਼ ਨਿਕਾਲ ਰਿਹਾ, ਅਤੇ ਸੌਣ ਲੱਗੇ ਆਦਮੀ ਲੱਗੂਗਾ ਕਿ ਕੋਈ 100 ਦੇ ਲਗਭਗ ਬੋਲਦੇ ਪਏ ਫਰੋਗ, ਉਹਨੂੰ ਇਸ ਤਰ੍ਹਾਂ ਲੱਗੂਗਾ। ਸੋ ਵਨ ਲਿਟਲ ਫੈਕਟ ਮੇ ਬੀ enlarged ਬਾਈ ਮੈਂਟਲ। ਸੋ ਸਟੂਡੈਂਟਸ ਆਪਾਂ ਬਸ ਇੱਥੋਂ ਤੱਕ ਪੜ੍ਹਦੇ ਹਾਂ। ਲਾਸਟ ਜਿਹੜੀ ਲਾਈਨ ਹੈ ਇਹ ਆਪਾਂ ਨੈਕਸਟ ਟਰਾਂਸਲੇਸ਼ਨ ਦੇ ਵਿੱਚ ਕਰਾਂਗੇ। ਐਜ਼ ਵਨ ਫਰੋਗ ਤੋਂ ਸਟਾਰਟ ਕਰਾਂਗੇ। ਸੋ ਤੁਸੀਂ ਇੰਨੇ ਨੂੰ ਧਿਆਨ ਨਾਲ ਸੁਣ ਲੈਣਾ ਅਤੇ ਅੰਡਰਸਟੈਂਡ ਕਰ ਲੈਣਾ। ਥੈਂਕ ਯੂ।